के मेल करावे। फिर पढ़ो 15वीं आयत। ਅਤੇ ਸ਼ਰਾਂ ਨੂੰ ਵਿਧੀਆਂ ਅਤੇ ਕਾਨੂੰਨਾਂ ਸਣੇ ਅਕਾਰਥ ਕਰ ਦਿੱਤਾ ਤਾਂ ਜੋ ਦੋਹਾਂ ਤੋਂ ਆਪ ਵਿੱਚ ਇੱਕ ਨਵਾਂ ਇਨਸਾਨ ਰਚ ਕੇ ਮੇਲ ਕਰਾ। ਇੱਕ ਹੈ ਖੁਦਾ ਤੇ ਦੂਸਰੇ ਹੋ ਤੁਸੀਂ। ਦੋਹਾਂ ਤੋਂ ਕੀ ਕਰਨਾ ਉਹਨੇ? ਦੋਹਾਂ ਤੋਂ ਕੀ ਕਰਨਾ ਹੈ? ਇੱਕ ਇਨਸਾਨ ਬਣਾਉਣਾ ਤੇ ਉਹ ਨਵਾਂ ਇਨਸਾਨ ਹੈ ਤੇ ਉਸ ਨਵੇਂ ਇਨਸਾਨ ਨੂੰ ਕੀ ਕਿਹਾ ਜਾਂਦਾ? ਮਸੀਹੀ। ਆਮੀਨ। ਹੁਣ ਮੈਂ ਨਹੀਂ ਹਾਂ, ਮੇਰੇ ਵਿੱਚ ਮਸੀਹਾ ਜਿਉਂਦਾ ਹੈ। ਤੁਸੀਂ ਜਗਤ ਦੇ ਨਹੀਂ ਰਹੇ, ਸਗੋਂ ਤੁਸੀਂ ਜਗਤ ਦੇ ਕੰਮਾਂ ਤੋਂ ਆਜ਼ਾਦ ਹੋ ਕੇ ਮਸੀਹ ਵਿੱਚ ਨਵੀਂ ਸ੍ਰਿਸ਼ਟੀ ਬਣ ਗਏ ਹੋ। ਜਦ ਮੈਂ ਕਹਿ ਰਿਹਾ ਹਾਂ ਕਿ ਇੱਕ ਦਰਾੜ ਵਿੱਚ ਖੜਾ ਹੋਇਆ ਔਰ ਉਹਨੇ ਇਸ ਪਾਸਿਓਂ ਸਾਨੂੰ ਉਸ ਦੂਸਰੇ ਪਾਸੇ ਖਾਈ ਦੇ ਪਰਲੇ ਪਾਸੇ ਪਹੁੰਚਾ ਦਿੱਤਾ, ਅਸੀਂ ਸਭ ਨਾਰੇ ਮਾਰ ਰਹੇ ਹਾਂ। ਪਰ ਜਦ ਮੈਂ ਕਹਿ ਰਿਹਾ ਹਾਂ ਕਿ ਕੱਲਾ ਇੱਧਰ ਹੀ ਨਹੀਂ ਆਇਆ, ਉਹਨੇ ਨਵਾਂ ਇਨਸਾਨ ਬਣਾ ਦਿੱਤਾ। ਇਹ ਹੈ ਤੁਹਾਡਾ ਅਸਲੀ ਹਿੱਸਾ ਕਿ ਉਹਨੇ ਤੁਹਾਨੂੰ ਕੀ ਬਣਾ ਦਿੱਤਾ ਆ? ਨਵਾਂ ਇਨਸਾਨ। ਔਰ ਨਵੇਂ ਇਨਸਾਨ ਦੇ ਵਿੱਚੋਂ ਪੁਰਾਣੀਆਂ ਗੱਲਾਂ ਬੀਤ ਗਈਆਂ, ਸੰਸਾਰਿਕ ਰੰਗ ਰੋਗਨ ਚਲੇ ਗਏ, ਸੰਸਾਰ ਦੀ ਤਮਾਸ਼ਾਗਿਰੀ ਉਹਨਾਂ ਵਿੱਚੋਂ ਚਲੀ ਗਈ, ਕਿਉਂਕਿ ਉਹ ਮਸੀਹ ਯਿਸੂ ਦੇ ਲਹੂ ਦੁਆਰਾ ਧਰਮੀ ਠਹਿਰ ਚੁੱਕੇ ਆ। ਤੁਸੀਂ ਸਭੇ ਮਸੀਹ ਯਿਸੂ ਦੇ ਲਹੂ ਦੁਆਰਾ ਧਰਮੀ ਠਹਿਰ ਚੁੱਕੇ ਹੋ। ਹੁਣ ਤੁਹਾਡੇ ਵਿੱਚ ਕੋਈ ਸੰਸਾਰਿਕ ਰੰਗ ਮਤ ਨਹੀਂ ਹੈ। ਆਮੀਨ। ਉਹ ਤੁਹਾਡੇ ਵਿੱਚ ਇੱਕ ਨਵਾਂ ਇਨਸਾਨ ਰਚ ਕੇ ਮੇਲ ਕਰਾਵੇ ਅਤੇ ਸਲੀਬ ਦੇ ਰਾਹੀਂ ਵੈਰ ਵਿਰੋਧ ਦਾ ਕੂਠਾ ਕਰਕੇ ਉਸੇ ਨਾਲ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਖੁਦਾ ਨਾਲ ਮਿਲਾਵੇ। ਇਸ ਸਲੀਬ ਤੋਂ ਕਦੇ ਬੇਮੁਖ ਨਾ ਹੋਇਓ। ਇਸ ਸਲੀਬ ਤੋਂ ਕਦੇ, ਕਿਉਂਕਿ ਇਹ ਸਲੀਬ ਹੀ ਹੈ ਜੋ ਦਰਾੜ ਦੇ ਵਿੱਚ ਖੜੀ ਹੋਈ, ਜਿਸ ਨੇ ਮੇਲ ਮਿਲਾਪ ਕਰਾ ਦਿੱਤਾ। ਆਮੀਨ। ਕੋਈ ਕਹੇ ਕਿ ਕ੍ਰਿਸਚਨਾਂ ਦਾ ਨਿਸ਼ਾਨ ਹੈ, ਨਹੀਂ ਨਹੀਂ, ਇਹ ਮੇਲ ਮਿਲਾਪ ਦਾ ਨਿਸ਼ਾਨ ਹੈ। ਇਹ ਕੀ ਹੈ? ਸਾਡਾ ਮੇਲ ਮਿਲਾਪ ਦਾ ਨਿਸ਼ਾਨ, ਕਿਉਂਕਿ ਇੱਕ ਹੱਥ ਤੋਂ ਉਹਨੇ ਦੂਸਰੇ ਹੱਥ ਪਹੁੰਚਾ ਦਿੱਤਾ। ਆਮੀਨ। ਜਦ ਯੂਸਫ ਆਪਣੇ ਪੁੱਤਰਾਂ ਨੂੰ ਯਾਕੂਬ ਦੇ ਕੋਲ ਲੈ ਕੇ ਆਇਆ ਕਿ ਮੇਰੇ ਪੁੱਤਰਾਂ ਨੂੰ ਮਰਨ ਤੋਂ ਪਹਿਲਾਂ ਬਰਕਤ ਦੇ, ਔਰ ਤੁਹਾਨੂੰ ਪਤਾ ਉਹਨੇ ਸੱਜੇ ਹੱਥ ਵੱਡੇ ਨੂੰ ਖੜਾ ਕੀਤਾ ਅਤੇ ਸੱਜੇ ਖੱਬੇ ਹੱਥ ਛੋਟੇ ਨੂੰ ਖੜਾ ਕੀਤਾ। ਪਰ ਜਦ ਯਾਕੂਬ ਬਰਕਤ ਦੇਣ ਲੱਗਾ ਤੇ ਉਹਨੇ ਵੱਡੇ ਤੇ ਹੱਥ ਰੱਖਣ ਦੀ ਬਜਾਏ ਛੋਟੇ ਤੇ ਹੱਥ ਰੱਖ ਦਿੱਤਾ ਅਤੇ ਕਰੂਸ, ਔਰ ਵੱਡਾ ਯਹੂਦੀਆਂ ਨੂੰ ਦਰਸਾਉਂਦਾ ਤੇ ਛੋਟਾ ਪਰਾਈਆਂ ਕੌਮਾਂ ਨੂੰ ਦਰਸਾਉਂਦਾ। ਇਹਦਾ ਮਤਲਬ ਸਲੀਬ ਨੇ ਯਹੂਦੀਆਂ ਦੀ ਬਰਕਤ ਅਰਥਾਤ ਅਬਰਾਹਮ ਦੀ ਬਰਕਤ ਪਰਾਈਆਂ ਕੌਮਾਂ ਤੇ ਲਿਆਂਦੀ। ਇਸ ਲਈ ਸਲੀਬ ਦਰਾੜ ਵਿੱਚ ਖੜੀ ਹੋਈ ਸਾਡੇ ਲਈ, ਤਾਂ ਕਿ ਅਸੀਂ ਜੋ ਖੁਦਾ ਤੋਂ ਨਿਆਰੇ ਸੀ, ਮਸੀਹ ਤੋਂ ਅੱਡ ਸੀ, ਇਜ਼ਰਾਈਲ ਦੀ ਪਾਤਸ਼ਾਹੀ ਤੋਂ ਵੱਖਰੇ ਸੀ, ਜਗਤ ਵਿੱਚ ਨਿਯਮਾਂ ਤੋਂ ਬਾਹਰ ਹੀ ਸੀ, ਅਵਾਰਾਗਰਦ ਸੀ। ਕਿਸੇ ਨੇ ਕਿਹਾ ਸੱਪ ਨੂੰ ਮੰਨ ਲਓ, ਸੱਪ ਦੇ ਅੱਗੇ ਲੱਸੀ ਚੜਾਉਣ ਲੱਗ ਜਾਂਦੇ ਸੀ। ਕਿਸੇ ਨੇ ਕਿਹਾ ਕਿ ਕੋਈ ਧਾਗਾ ਪਾ ਲਓ, ਧਾਗਾ ਪਾ ਲੈਂਦੇ ਸੀ, ਲਾਚੀਆਂ ਲੈ ਆਉਂਦੇ ਸੀ, ਕਿੱਲ ਠੋਕ ਦਿੰਦੇ ਸੀ ਘਰ ਦੇ ਅੰਦਰ, ਪਤਾ ਨਹੀਂ ਕਿਹੜੇ ਕਿਹੜੇ ਟਸ਼ਨ ਚੱਲਦੇ ਸੀ। ਪਰ ਧੰਨਵਾਦ ਹੋਵੇ ਇਸ ਸਲੀਬ ਦਾ ਜਿਸ ਨੇ ਪਾਪ ਦਾ ਕੂਠਾ ਕਰ ਦਿੱਤਾ ਔਰ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾ ਦਿੱਤਾ। ਮਲਾਪ ਹੈ ਕਿ ਸਾਰਿਆਂ ਦਾ ਮਲਾਪ ਹੈ? ਫਿਰ ਆਪਣੀ ਮੁਕਤੀ ਦੇ ਲਈ ਤਾਲੀ ਬਜਾਓ, ਆਪਣੀ ਮੁਕਤੀ ਦੇ ਲਈ ਜੈਕਾਰਾ ਗਜਾਓ, ਕਿਉਂਕਿ ਸਲੀਬ ਮੇਰੇ ਇਕੱਲੇ ਦੇ ਲਈ ਨਹੀਂ ਹੈ, ਸਲੀਬ ਹਰ ਇੱਕ ਵਿਸ਼ਵਾਸੀ ਦੇ ਲਈ ਹੈ। ਹਾਲੇਲੂਇਆ। ਅਤੇ ਸਲੀਬ ਦੇ ਰਾਹੀਂ ਵੈਰ ਵਿਰੋਧ ਦਾ ਕੂਠਾ ਕਰਕੇ ਉਸਨੇ ਉਸੇ ਨਾਲ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਖੁਦਾ ਨਾਲ ਮਿਲਾਵੇ। ਅਤੇ ਉਸਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸੋ ਮਿਲਾਪ ਦੀ ਅਤੇ ਉਹਨਾਂ ਨੂੰ ਜਿਹੜੇ ਨੇੜੇ ਸੋ ਮਿਲਾਪ ਦੀ ਖੁਸ਼ਖਬਰੀ ਸੁਣਾਈ। ਆਮੀਨ। ਮਤਲਬ ਉਹ ਦੋਹਾਂ ਦੇ ਵਿਚਕਾਰ ਖੜਾ ਹੋ ਗਿਆ, ਦੂਰ ਵਾਲਿਆਂ ਦੇ ਵੀ ਤੇ ਨੇੜੇ ਵਾਲਿਆਂ ਦੇ ਵੀ। ਤੇ ਕੀ ਸੁਣਾਇਆ ਉਹਨੇ?
ਮਿਲਾਪ ਦੀ ਖੁਸ਼ਖਬਰੀ। ਆਹਾ, ਦਰਾੜ ਵਿੱਚ ਖੜਾ ਦਿਖਾਈ ਦੇ ਰਿਹਾ। ਅਬਰਾਹਮ ਦਰਾੜ ਵਿੱਚ ਖੜਾ ਦਿਖਾਈ ਦਿੱਤਾ, ਯੂਸਫ ਦਰਾੜ ਵਿੱਚ ਖੜਾ ਦਿਖਾਈ ਦਿੱਤਾ, ਮੂਸਾ ਦਰਾੜ ਵਿੱਚ ਖੜਾ ਦਿਖਾਈ ਦਿੱਤਾ। ਮਸੀਹ ਤੁਹਾਨੂੰ ਦਰਾੜ ਵਿੱਚ ਖੜਾ ਦਿਖਾਈ ਦੇਣਾ ਚਾਹੀਦਾ ਕਿ ਮੇਰੇ ਉਧਾਰ ਦੇ ਲਈ ਕੋਈ ਖੁਦਾ ਤੇ ਮੇਰੇ ਵਿਚਕਾਰ ਖੜਾ ਹੋ ਗਿਆ। ਹਾਲੇਲੂਇਆ। ਅੱਗੇ ਕਿਉਂ ਜੋ ਉਸ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਅਸਾਂ ਦੋਹਾਂ ਦੀ ਢੋਈ ਹੁੰਦੀ ਹੈ। ਕਿਉਂਕਿ ਸਾਡੀ ਦੋਹਾਂ ਦੀ ਢੋਈ ਉਸੇ ਵਿੱਚ ਹੀ ਹੈ। ਆਮੀਨ। ਜੇਕਰ ਮਸੀਹ ਸਾਡੇ ਵਿਚਕਾਰ ਖੜਾ ਨਾ ਹੋਵੇ ਤੇ ਸਾਡੀ ਕੋਈ ਮੁਕਤੀ ਨਹੀਂ ਹੈ, ਸਾਡਾ ਉਧਾਰ ਨਹੀਂ ਹੈ, ਅਸੀਂ ਪਾਪ ਵਿੱਚ ਹੀ ਮਰਾਂਗੇ। ਪਰ ਧੰਨਵਾਦ ਹੋਵੇ ਮਸੀਹ ਦਾ ਕਿ ਉਹ ਮੇਰੇ ਅਤੇ ਖੁਦਾ ਦੇ ਵਿਚਕਾਰ ਦਰਾੜ ਵਿੱਚ ਖੜਾ ਹੋ ਗਿਆ। ਸੋ ਹੁਣ ਤਾਂ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ। ਪਹਿਲਾਂ ਤੁਸੀਂ ਨਦੀ ਦੇ ਇਸ ਪਾਰ ਸੀ, ਤੁਸੀਂ ਫਰਾਤ ਦੇ ਇਸ ਪਾਰ ਸੀ, ਪਰ ਹੁਣ ਸਲੀਬ ਨੇ ਤੁਹਾਨੂੰ ਫਰਾਤ ਦੇ ਇਸ ਪਾਸਿਓਂ ਚੱਕ ਕੇ ਤੇ ਹੁਣ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ ਹੋ, ਸਗੋਂ ਸੰਤਾਂ ਦੇ ਵਤਨੀ ਅਤੇ ਖੁਦਾ ਦੇ ਘਰਾਣੇ ਦੇ ਹੋ। ਆਹਾ, ਪਹਿਲਾਂ ਸਾਡਾ ਘਰਾਣਾ ਹੀ ਵੱਖਰਾ ਸੀ, ਅਸੀਂ ਮੂਰਤੀ ਪੂਜਕ ਸਦਾਉਂਦੇ ਸੀ, ਜਗਤ ਵਿੱਚ ਖੁਦਾ ਤੋਂ ਰਹਿਤ ਸੀ, ਮਸੀਹ ਦੇ ਵਚਨਾਂ ਤੋਂ ਨਿਆਰੇ ਸੀ, ਸਾਡੇ ਕੋਲ ਕੁਝ ਵੀ ਨਹੀਂ ਸੀ। ਪਰ ਜਦ ਉਹਨੇ ਸਾਨੂੰ ਫਰਾਤ ਤੋਂ ਉਠਾ ਕੇ ਇੱਧਰ ਪਹੁੰਚਾ ਦਿੱਤਾ, ਹੁਣ ਅਸੀਂ ਪਰਾਏ ਲੋਕ ਨਹੀਂ ਕਹਿਲਾਏ ਜਾਂਦੇ, ਹੁਣ ਅਸੀਂ ਖੁਦਾ ਦੇ ਘਰਾਣੇ ਦੇ ਆ, ਸੰਤਾਂ ਦੇ ਵਤਨੀ ਆ। ਸਾਡੇ ਕੋਲ ਇੱਕੋ ਹੀ ਰੋਟੀ ਹੈ, ਇੱਕੋ ਹੀ ਪਿਆਲਾ ਆ, ਇੱਕੋ ਹੀ ਬਾਈਬਲ ਆ, ਇੱਕੋ ਹੀ ਨੇਚਾ ਆ, ਇੱਕੋ ਹੀ ਪ੍ਰਭੂ ਹੈ, ਇੱਕੋ ਹੀ ਵਿਸ਼ਵਾਸ ਹੈ, ਇੱਕੋ ਹੀ ਬਪਤਿਸਮਾ ਆ। ਹਾਲੇਲੂਇਆ। ਸਾਡੇ ਕੋਲ ਸਭ ਕੁਝ ਇੱਕ ਹੀ ਹੈ।